ਦਰਸ਼ਕੋ, ਇਸ ਵਾਰ ਆਪਾਂ ਵਿਚਾਰ ਚਰਚਾ ਦੇ ਵਿੱਚ ਪੰਜਾਬੀ ਦੇ ਇੱਕ ਅਜਿਹੇ ਸਾਹਿਤਕ ਰੂਪ ਦੀ ਗੱਲ ਕਰਨੀ ਹੈ ਜਿਸ ਦੇ ਬਾਰੇ ਅਕਸਰ ਚਰਚਾ ਵਿੱਚ ਰਹਿੰਦਾ ਹੈ ਕਿ ਉਸ ਦਾ ਅਸਲ ਰੂਪ ਕਿਹੜਾ ਹੈ। ਇਹ ਹੈ ਕਵਿਤਾ। ਪੰਜਾਬੀ ਕਵਿਤਾ ਦੇ ਵਿਹੜੇ ਦੇ ਵਿੱਚ ਇਹ ਚਰਚਾ ਪ੍ਰੋਫੈਸਰ ਪੂਰਨ ਸਿੰਘ ਦੇ ਵੇਲੇ ਤੋਂ ਲਗਾਤਾਰ ਚੱਲਦੀ ਆ ਰਹੀ ਹੈ ਕਿ ਕਵਿਤਾ ਕੀ ਉਹੀ ਕਵਿਤਾ ਹੈ ਜਿਹੜੀ ਛੰਦਬੱਧ ਹੋਵੇ, ਤੋਲ ਤੁਕਾਂਤ ਵਿੱਚ ਪੂਰੀ ਹੋਵੇ, ਪਿੰਗਲ ਤੇ ਅਰੂਜ਼ ਤੇ ਪੂਰੀ ਉਤਰਦੀ ਹੋਵੇ, ਜਾਂ ਪ੍ਰੋਫੈਸਰ ਪੂਰਨ ਸਿੰਘ ਦੇ ਵੇਲੇ ਤੋਂ ਸਟਾਰਟ ਹੋਈ ਖੁੱਲੀ ਕਵਿਤਾ, ਜਿਸ ਨੂੰ ਅੰਗਰੇਜ਼ੀ ਵਿੱਚ ਬਲੈਂਕ ਵਰਸ ਵੀ ਕਹਿੰਦੇ ਨੇ, ਕਿ ਉਹ ਕਵਿਤਾ ਹੈ ਜਾਂ ਉਹ ਕਵਿਤਾ ਹੀ ਨਹੀਂ ਹੈ। ਪਿਛਲੇ ਦਿਨਾਂ ਤੋਂ ਪੰਜਾਬੀ ਸਾਹਿਤ ਦੇ ਵਿਹੜੇ ਦੇ ਵਿੱਚ ਫਿਰ ਇਹ ਚਰਚਾ ਪੱਕੀ ਹੋਈ ਹੈ। ਬਹੁਤ ਸਾਰੇ ਕਵੀ ਜਿਹੜੇ ਤੇ ਆਲੋਚਕ ਅਜਿਹੀ ਕਵਿਤਾ ਨੂੰ ਕਵਿਤਾ ਮੰਨਣ ਤੋਂ ਇਨਕਾਰ ਕਰ ਰਹੇ ਨੇ ਜੋ ਛੰਦਬੱਧ ਨਹੀਂ ਹੈ, ਜੋ ਸ਼ੇਰਾਂ ਵਿੱਚ ਨਹੀਂ ਲਿਖੀ ਜਾਂਦੀ, ਜੋ ਖੁੱਲੀ ਲਿਖੀ ਜਾਂਦੀ ਹੈ। ਤੇ ਦੂਸਰੇ ਪਾਸੇ ਖੁੱਲੀ ਕਵਿਤਾ ਲਿਖਣ ਵਾਲੇ ਆਪਣੀ ਕਵਿਤਾ ਦੇ ਹੱਕ ਵਿੱਚ ਪੂਰੇ ਸੰਸਾਰ ਦੇ ਵਿੱਚ ਰਚੀ ਜਾ ਰਹੀ ਕਵਿਤਾ ਦੀਆਂ ਗਵਾਹੀਆਂ ਦੇ ਕੇ ਸਿੱਧ ਕਰਦੇ ਹਨ ਕਿ ਖੁੱਲੀ ਕਵਿਤਾ ਅੱਜ ਦੇ ਦੌਰ ਦੀ ਕਵਿਤਾ ਦਾ ਰੂਪ ਹੈ। ਅੱਜ ਦੀ ਵਿਚਾਰ ਚਰਚਾ ਦੇ ਵਿੱਚ ਸਾਡੇ ਨਾਲ ਜਿਹੜੇ ਜੁੜੇ ਨੇ ਉਹ ਪੰਜਾਬੀ ਦੇ ਜਾਣੇ ਪਛਾਣੇ ਕਵੀ ਤੇ ਚਿੰਤਕ ਪ੍ਰੋਫੈਸਰ ਮਿੰਦਰ, ਜਿਨ੍ਹਾਂ ਨੂੰ ਪਹਿਲਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਈ ਵਾਰ ਸੁਣ ਚੁੱਕੇ ਹੋ। ਅੱਜ ਦੀ ਇਸ ਚਰਚਾ ਦੇ ਵਿੱਚ ਉਹ ਇਸ ਮੁੱਦੇ ਦੇ ਬਾਰੇ ਆਪਣੇ ਵੱਖਰੇ ਵਿਚਾਰ ਰੱਖਣਗੇ ਤੇ ਦੂਸਰੇ ਉਹਨਾਂ ਦੇ ਨਾਲ ਸਾਡੇ ਜਿਹੜੇ ਪਾਰਟਿਸਿਪੇਟ ਕਰ ਰਹੇ ਨੇ ਉਹ ਮੋਗੇ ਤੋਂ ਪੰਜਾਬੀ ਦੇ ਜਾਣੇ ਪਛਾਣੇ ਆਲੋਚਕ ਮਿਸਟਰ ਡਿੰਪਲ, HS ਡਿੰਪਲ ਸ਼ਾਮਲ ਨੇ। HS ਡਿੰਪਲ ਨੇ ਐਕਚੁਅਲੀ ਉਹਨਾਂ ਨੇ ਇੱਕ ਪੋਸਟ ਪਾਈ ਸੀ 1 ਸਾਲ ਪਹਿਲਾਂ ਇਸ ਮੁੱਦੇ ਦੇ ਬਾਰੇ, ਤੇ ਉਹ ਹੁਣ ਫਿਰ ਉਹਨਾਂ ਨੇ ਨਵੇਂ ਸਿਰਿਓਂ ਇਸ ਮੁੱਦੇ ਤੇ ਬਹਿਸ ਨੂੰ ਭਖਦੀ ਰੱਖਣ ਵਾਸਤੇ ਇੱਕ ਹੋਰ ਪੋਸਟ ਪਾਈ ਹੈ ਜਿਹਦੇ ਨਾਲ ਬਹਿਸ ਭਖੀ ਹੈ ਇਸ ਮੁੱਦੇ ਦੇ ਉੱਤੇ। ਮੁੱਦਾ ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਕਿ ਛੰਦਬੱਧ ਕਵਿਤਾ ਜਾਂ ਖੁੱਲੀ ਕਵਿਤਾ ਦਾ ਝੇੜਾ ਜਿਹੜਾ ਪੰਜਾਬੀ ਦੇ ਵਿੱਚ ਵਿਹੜੇ ਦੇ ਵਿੱਚ ਬਹੁਤ ਚਿਰ ਤੋਂ ਪ੍ਰੋਫੈਸਰ ਪੂਰਨ ਸਿੰਘ ਦੇ ਵੇਲੇ ਤੋਂ, ਜਿਵੇਂ ਮੈਂ ਪਹਿਲਾਂ ਕਿਹਾ, ਚੱਲਦਾ ਆ ਰਿਹਾ ਹੈ, ਉਹ ਨਵੇਂ ਸਿਰਿਓਂ ਭਖਿਆ ਹੈ। ਤੇ ਸਭ ਤੋਂ ਪਹਿਲਾਂ ਮੈਂ ਡਿੰਪਲ ਹੋਰਾਂ ਨੂੰ ਇਹ ਪੁੱਛਣਾ ਚਾਹੂੰਗਾ ਕਿ ਉਹ ਕਿਹੜੀ ਪੋਸਟ ਸੀ ਜਿਹਦੇ ਨਾਲ ਇਹ ਗੱਲ ਦੁਬਾਰਾ ਭਖੀ ਤੇ ਤੁਸੀਂ ਉਹਦੇ ਵਿੱਚ ਮੇਨ ਦਲੀਲਾਂ ਕੀ ਦਿੱਤੀਆਂ? ਹਾਂਜੀ, ਤਾਂ ਮੈਂ ਸਿੱਧੂ ਦਮਦਮੀ ਜੀ ਤੁਹਾਨੂੰ ਜ਼ਿਆਦਾ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਵਿਚਾਰ ਜਿਹੜੇ ਹਨ ਉਹ ਰੱਖਣ ਦਾ ਮੌਕਾ ਮਿਲਿਆ। ਜਿਹੜੀ ਫੇਸਬੁੱਕ ਦੇ ਉੱਤੇ ਜਿਹੜੀ ਮੈਂ ਪਾਈ ਸੀਗੀ, ਪਹਿਲਾਂ ਪਾਈ ਸੀ 1.5 ਸਾਲ ਪਹਿਲਾਂ ਜਿਹੜੀ ਪੋਸਟ ਸੀ, ਉਸਦੇ ਵਿੱਚ ਮੈਂ ਲਿਖਿਆ ਸੀ ਇੱਕ ਮਿੰਨੀ ਕਹਾਣੀ ਹੈ ਜਾਂ ਖੁੱਲੀ ਕਵਿਤਾ ਹੈ, ਉਸਦੇ ਨਾਂ ਦੇ ਉੱਤੇ ਬਹੁਤ ਕੁਛ ਹਲਕੇ ਪੱਧਰ ਦਾ ਲਿਖਿਆ ਜਾ ਰਿਹਾ ਹੈ। ਹੁਣ ਮੈਂ ਦੁਬਾਰਾ ਪੋਸਟ ਫਿਰ ਉਸਦੇ ਉੱਤੇ ਕੁਝ ਜਿਹੜੇ ਸ਼ਾਇਰ ਨੇ ਜਾਂ ਕੁਛ ਬੰਦੇ ਜਿਹੜੇ ਕਹਿ ਰਹੇ ਕਿ ਖੁੱਲੀ ਕਵਿਤਾ ਹੈ, ਪੋਇਟਰੀ ਹੈ ਹੀ ਨਹੀਂ, ਸ਼ਾਇਰੀ ਹੈ ਹੀ ਨਹੀਂ, ਉਹ ਕਾਵਿ। ਤਾਂ ਉਹ ਇਹ ਕਹਿ ਰਹੇ ਹੈ ਕਿ ਕਵਿਤਾ ਉਹੀ ਹੈ ਜਿਸ ਦੇ ਵਿੱਚ ਪਾਬੰਦੀ ਹੋਵੇ, ਜਿਸ ਦੇ ਵਿੱਚ ਅਰੂਜ ਹੋਵੇ, ਪਿੰਗਲ ਹੋਵੇ, ਤੁਕਾਂਤ ਹੋਵੇ। ਤਾਂ ਉਸਦੇ ਵਿਰੋਧਤਾ ਨਹੀਂ ਮੈਂ ਬਿਲਕੁਲ ਕਰਦਾ। ਮੈਂ ਇਹ ਕਹਿੰਦਾ ਹੈ ਕਿ ਇਹ ਵੀ ਕਵਿਤਾ ਹੈ, ਉਹ ਵੀ ਕਵਿਤਾ ਹੈ, ਕਵਿਤਾ ਵਿੱਚ ਵਿਚਾਰ ਹੈ, ਸੰਵੇਦਨਾ ਹੈ। ਤਾਂ ਉਸਦੇ ਨਾਲ ਸੰਬੰਧਿਤ ਮੈਂ ਨਵੀਂ ਪੋਸਟ ਪਾਈ ਸੀ। ਉਸ ਪੋਸਟ ਦੇ ਵਿੱਚ ਮੈਂ ਜੋ ਗੱਲਾਂ ਲਿਖੀਆਂ ਸਨ ਉਹ ਮੂਲ ਰੂਪ ਦੇ ਵਿੱਚ ਇਹ ਸਨ ਕਿ ਜਿਹੜੀ ਕਵਿਤਾ ਹੈ ਉਹ ਇੱਕ ਬੋਲਣ ਵਾਲੀ ਚੀਜ਼ ਹੈ ਅਤੇ ਇਸ ਤਰ੍ਹਾਂ ਨਹੀਂ ਕਿ ਆਪਾਂ ਲਿਖ ਦਿੱਤੀ। ਤਾਂ ਉਹ ਐਕਚੁਅਲੀ ਕੀ ਕਰ ਰਹੇ ਸਨ, ਕੁਛ ਸ਼ਾਇਰ ਜਿਹੜੇ ਹਨ ਜਾਂ ਜਿਹੜੇ ਬੰਦੇ ਪੂਰੀ ਤਰੀਕੇ ਦੇ ਨਾਲ ਇਹ ਸਮਝਦੇ ਹਨ ਕਿ ਜਿਹੜੀ ਸ਼ਾਇਰੀ ਹੈ ਹੀ ਨਹੀਂ ਹੈ, ਜਿਹੜੀ ਖੁੱਲੀ ਕਵਿਤਾ ਹੈ, ਤਾਂ ਉਹ ਕੀ ਕਰਦੇ ਆ ਕਿ ਖੁੱਲੀ ਨੂੰ 1 ਸਤਰ ਦੇ ਵਿੱਚ 2 ਸਤਰ ਦੇ ਵਿੱਚ ਲਿਖ ਦਿੰਦੇ ਹਨ ਕਿ ਆਹ ਦੇਖੋ ਨਸਰ ਬਣ ਗਈ। ਪਰ ਉਹ ਲਿਖੋ ਹਾਂਜੀ, ਲਿਖਣ ਦੇ ਨਾਲ ਨਹੀਂ ਸੰਬੰਧ ਉਸਦਾ, ਬੋਲਣ ਦੇ ਨਾਲ ਹੈ। ਪੰਜਾਬੀ ਦੇ ਵਿੱਚ ਖੁੱਲੀ ਕਵਿਤਾ ਲਿਖਣ ਵਾਲਿਆਂ ਵਿੱਚ ਵੱਡਾ ਨਾਮ ਮਿੰਦਰ ਦਾ ਰਿਹਾ। ਮਿੰਦਰ ਨੇ ਵੱਖਰੀ ਤਰ੍ਹਾਂ ਦੀ ਜਿਹੜੀ ਨਜ਼ਮਾਂ, ਖੁੱਲੀਆਂ ਨਜ਼ਮਾਂ ਜਾਂ ਇਸ ਤਰ੍ਹਾਂ ਜਿਹਨਾਂ ਨੂੰ ਆਪਾਂ ਹੁਣ ਨਸਰੀ ਨਜ਼ਮਾਂ ਕਹੀ ਜਾ ਰਹੇ ਹਾਂ, ਇਸ ਤਰ੍ਹਾਂ ਦੇ ਵਿਲੱਖਣ ਤਜਰਬੇ ਮਿੰਦਰ ਨੇ ਨਾਗਮਣੀ ਦੇ ਵਿੱਚ, 70ਵਿਆਂ ਦੇ ਵਿੱਚ, ਉਸ ਤੋਂ ਬਾਅਦ 80ਵਿਆਂ ਦੇ ਵਿੱਚ ਕੀਤੇ ਨੇ। ਮਿੰਦਰ ਇਹ ਤਜਰਬੇ ਕਰਦਿਆਂ ਤੇ ਇਹ ਵਾਦ ਵਿਵਾਦ ਛਿੜਦਿਆਂ ਤੈਨੂੰ ਕਿਵੇਂ ਲੱਗਦਾ? ਸਿੱਧੂ ਸਾਹਿਬ, ਇਹ ਵਾਦ ਵਿਵਾਦ ਇਸ ਤਰ੍ਹਾਂ ਲੱਗ ਰਿਹਾ ਮੈਨੂੰ
कि जिस तरह ਅਸੀਂ ਅੱਗੇ ਵਧਣ ਦੀ ਥਾਂ ਤੇ ਪਿੱਛੇ ਨੂੰ ਮੋੜ ਰਹੇ ਹਾਂ। ਜਿਸ ਤਰ੍ਹਾਂ ਡਿੰਪਲ ਹੋਣੀ ਦੱਸ ਰਹੇ ਨੇ ਕਿ ਛੋਟੀ ਕਹਾਣੀ ਜਾਂ ਮਿੰਨੀ ਕਹਾਣੀ, ਜਾਂ ਇਹ ਕਹਿੰਦੇ ਨੇ ਵੀ ਜਿਹੜੀ ਖੁੱਲੀ ਕਵਿਤਾ, ਜਿਹੜੇ ਆਮ ਸ਼ਬਦ ਵਰਤੇ ਜਾਂਦੇ ਨੇ, ਸਾਹਿਤ ਜਿਹੜਾ ਹੈ ਇਹ ਇਸ ਦਾ ਜਿਹੜਾ ਅਨੁਭਵ ਹੈ ਇਹ ਬੜੀ ਤੇਜ਼ੀ ਦੇ ਨਾਲ ਅੱਗੇ ਵਧਦਾ। ਇਸ ਦਾ ਮੈਂ ਵਿਕਾਸ ਸ਼ਬਦ ਦੀ ਜਗ੍ਹਾ ਤਬਦੀਲੀ ਵਰਤਾਂਗਾ ਕਿ ਸੰਸਾਰ ਦੇ ਵਿੱਚ ਸੰਸਾਰ ਦੀ ਸਾਰੀ ਜਿਹੜੀ ਹੋਂਦ ਹੈ ਉਹ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹ ਕਿੰਨੀ ਸ਼ਕਤੀਸ਼ਾਲੀ ਢੰਗ ਦੇ ਨਾਲ ਤਬਦੀਲ ਹੁੰਦਾ ਹੈ। ਉਹ ਇੱਕ ਘੁੰਮਦਾ ਹੋਇਆ ਚੱਕਰ ਹੈ ਸਾਰਾ ਬ੍ਰਹਮੰਡ, ਉਹ ਇੱਕ ਥਾਂ ਤੇ ਨਹੀਂ ਠਹਿਰਦਾ। ਜਿਹੜੀ ਖੁੱਲੀ ਕਵਿਤਾ ਜਾਂ ਬੰਦ ਕਵਿਤਾ, ਜਿਹੜੇ ਇਸ ਤਰ੍ਹਾਂ ਦੇ ਵਿਚਾਰ ਨੇ, ਜਿਹੜੇ ਛੰਦਾਬੰਦੀ ਦੇ ਵਿਚਾਰ ਨੇ, ਇਹ ਖੜੋਂਦ ਦੀ ਨਿਸ਼ਾਨੀ ਹੁੰਦੀ ਹੈ। ਜਿਹੜੀ ਇੱਕ ਜਗ੍ਹਾ ਖੜ ਗਏ ਉਸਨੂੰ ਵਾਰ-ਵਾਰ ਰਿਪੀਟ ਕਰਨਾ, ਉਸਦੇ ਵਿੱਚੋਂ ਕ੍ਰੀਏਟਿਵਿਟੀ ਨਾ ਲੱਭਣਾ। ਜਿਵੇਂ ਅਸੀਂ ਇੱਕ ਹੀ ਦਰਖਤ ਦੀ ਛਾਂ ਦੇ ਉੱਤੇ ਥੱਲੇ ਬੈਠੇ ਰਹੀਏ ਔਰ ਕਹਿੰਦੇ ਰਹੀਏ ਕਿ ਇਸ ਦੇ ਵਰਗੀ ਹੋਰ ਕੋਈ ਛਾਂ ਨਹੀਂ ਹੈ। ਜਿਹੜਾ ਕਵੀ ਹੈ ਉਸਨੂੰ ਪੰਛੀ ਹੋਣਾ ਚਾਹੀਦਾ ਹੈ। ਉਸਦੇ ਲਈ ਨਾ ਕੋਈ ਸਰਹੱਦਾਂ, ਨਾ ਕੋਈ ਦਿਸ਼ਾਵਾਂ, ਨਾ ਕੋਈ ਉਲੰਘਣਾ, ਇਸ ਤਰ੍ਹਾਂ ਦਾ ਕੋਈ ਜਿਹੜਾ ਕਿਆ ਕਹਿੰਦੇ ਨੇ ਰੂਪ ਦੀ ਕੈਦ, ਜਿਹੜੀ ਰੂਪ, ਹਾਂ ਜੋ ਵੀ ਹੈ ਉਸਦੇ ਵਿੱਚ ਕੈਦ ਨਹੀਂ ਹੋਣਾ ਚਾਹੀਦਾ। ਤੁਸੀਂ ਗੱਲ ਕੀਤੀ ਹੈ ਪੂਰਨ ਸਿੰਘ ਦੀ। ਪੂਰਨ ਸਿੰਘ ਜੀ ਦੁਨੀਆ ਭਰ ਦੇ ਲਿਟਰੇਚਰ ਦੇ ਵਿੱਚ, ਦੁਨੀਆ ਭਰ ਦੇ ਸਾਹਿਤ ਦੇ ਵਿੱਚ ਤੁਸੀਂ ਦੇਖੋ, ਬਹੁਤ ਹੀ ਦੂਰ ਨਾ ਜਾਓ, ਗਜ਼ਲ ਜਿਹੜੀ ਹੈ ਉਹ ਸਾਡੇ ਇਹਦੇ ਵਿੱਚ ਹਿੰਦੀ ਲਿਟਰੇਚਰ ਦੇ ਵਿੱਚ ਵੀ ਉਸਦੀ ਉਹ ਮਾਨਤਾ ਨਹੀਂ ਰਹੀ ਜਿਹੜੀ ਮਾਨਤਾ ਕਦੇ ਫਿਊਡਲ ਸਟਰਕਚਰ ਦੇ ਵਿੱਚ ਹੁੰਦੀ ਸੀ। ਜਿਹੜਾ ਛੰਦਾਬੰਦੀ ਹੈ ਇਹ ਸਾਡੀਆਂ ਚੇਤਨਾ ਦੇ ਵਿੱਚੋਂ ਹੀ ਨਿਕਲੇ ਹੋਏ ਸ਼ਬਦ ਨੇ ਜਾਂ ਰੂਪ ਨੇ। ਸਾਡੀ ਚੇਤਨਾ ਜਦੋਂ ਫਿਊਡਲ ਸੀ, ਜਦੋਂ ਅਸੀਂ ਗੁਲਾਮ ਸੀ ਕਿਸੇ ਰਾਜੇ ਦੇ ਜਾਂ ਜ਼ਗੀਰਦਾਰ ਦੇ, ਉਦੋਂ ਅਸੀਂ ਉਹਨਾਂ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਸੀ, ਕਿਉਂਕਿ ਫਿਊਡਲ ਨਿਯਮਾਂ ਦਾ ਆਧਾਰ ਹੀ, ਫਿਊਡਲ ਦਾ ਇਹ ਸਭ ਤੋਂ ਵੱਡਾ ਕਾਰੋਬਾਰ ਹੁੰਦਾ ਹੈ। ਉਹ ਨਿਯਮ ਨਹੀਂ ਤੋੜਨ ਦਿੰਦਾ। ਕਿਸੇ ਬੰਦੇ ਨੂੰ ਵੀ ਅੰਨੇ ਨਿਯਮਾਂ ਦੇ ਵਿੱਚ ਬੰਨ੍ਹ ਕੇ ਤੁਸੀਂ ਉਸ ਤੇ ਕਾਬਜ ਹੋ ਸਕਦੇ ਹੋ, ਉਸਨੂੰ ਗੁਲਾਮ ਬਣਾ ਸਕਦੇ ਹੋ। ਤਾਂ ਜਿਸ ਤਰ੍ਹਾਂ ਦੀ ਵੀ ਇਹ ਨਜ਼ਮ ਸੀ, ਜਿਸ ਤਰ੍ਹਾਂ ਦਾ ਵੀ ਇਹ ਸਾਹਿਤ ਸੀ, ਇਹ ਉਸੇ ਗੁਲਾਮੀ ਭਰੇ ਜ਼ਹਿਨੀਅਤ ਦੇ ਵਿੱਚੋਂ ਨਿਕਲਿਆ ਸੀ। ਇਹ ਪੂਰਨ ਸਿੰਘ ਹੀ ਸੀ ਜਿਹੜਾ ਖੁੱਲੇ ਦਰਿਆਵਾਂ ਦੇ ਵਿੱਚ ਜਾ ਕੇ ਆਪਣੇ ਸਿਰ ਦੇ ਵਿੱਚ ਰੇਤ ਵੀ ਪਾ ਸਕਦਾ ਸੀ। ਉਹ ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਜਾਬੋਂ ਛੁੱਟੀ, ਜਦੋਂ ਉਸਦਾ ਸਾਰਾ ਸਬਾਈ ਘਾਹ ਜਿਹੜਾ ਹਟ ਜਾਂਦਾ ਹੈ ਉਹ ਕੋਠੇ ਜਾ ਕੇ ਇਸ ਤਰ੍ਹਾਂ ਗਾ ਸਕਦਾ ਹੈ। ਲੇਕਿਨ ਇਹ ਗਾਉਣਾ, ਇਹ ਖੁੱਲਾ ਜੀਵਨ ਬਤੀਤ ਕਰਨਾ, ਵਿਚਾਰਾਂ ਦੀ ਸੁਤੰਤਰਤਾ ਵਿੱਚ ਆ ਜਾਣਾ ਔਰ ਕਿਸੇ ਸੀਮਤ ਵਿਚਾਰਾਂ ਜਾਂ ਨਿਯਮਾਂ ਦੀ ਉਲੰਘਣਾ ਕਰਨਾ, ਇਹ ਫਿਊਡਲ ਸਟਰਕਚਰ ਨੂੰ ਮਨਜ਼ੂਰ ਨਹੀਂ ਹੁੰਦਾ। ਬੜਾ ਦਿਲਚਸਪ ਹੈ ਇਹ ਗੱਲ। ਮੈਂ ਡਿੰਪਲ ਹੋਰਾਂ ਤੋਂ ਅੱਗੋਂ ਪੁੱਛਣੀ ਚਾਹੁੰਦਾ। ਡਿੰਪਲ ਜੀ, ਇਹ ਮਿੰਦਰ ਹੋਰੀ ਜਿਹੜੀ ਗੱਲ ਕਰ ਰਹੇ ਨੇ, ਕਵਿਤਾ ਪੰਛੀਆਂ ਵਰਗੀ ਹੁੰਦੀ ਹੈ, ਨਾ ਉਹਦੀ ਕੋਈ ਸਰਹੱਦ ਹੁੰਦੀ ਹੈ, ਨਾ ਉਹਦੀ ਕੋਈ ਲਿਮਿਟ ਹੁੰਦੀ ਹੈ। ਪਰ ਪੰਜਾਬੀ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਮੁੜ ਕਿੜ ਕੇ ਗਜ਼ਲ ਦਾ ਜਿਹੜਾ ਦਾਰੋਮਦਾਰ ਜਿਹੜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਜ਼ਲ ਲਿਖਣੀ, ਗਾਉਣੀ ਤੇ ਫਿਰ ਉਹਦਾ ਪੀਪਾ ਵਜਾਉਣਾ, ਜਾਣੀ ਉਹਦਾ ਧੌਂਸਾ ਵੀ ਵਜਾਉਣਾ, ਉਹਨੂੰ ਪ੍ਰਸਿੱਧ ਕਰਨ ਲਈ ਯਤਨ ਵੀ ਕਰਨੇ, ਗਜ਼ਲ ਦਰਬਾਰ ਕਰਨੇ। ਇਹ ਮਿੰਦਰ ਹੋਰਾਂ ਦੇ ਹਿਸਾਬ ਨਾਲ ਇਹ ਪਿਛਲਖੁਰੀ ਹੈ, ਇਹ ਪਛਾਂ ਜਾਣਾ ਹੈ ਕਵਿਤਾ ਦਾ। ਤੁਸੀਂ ਕਿੱਦਾਂ ਮੰਨਦੇ ਹੋ ਇਸ ਨੂੰ ਕਿ ਇਹ ਵਾਕਈ ਕਵਿਤਾ ਪਛਾਂ ਜਾ ਰਹੀ ਹੈ ਗਜ਼ਲ ਦੇ ਰੂਪ ਵਿੱਚ ਜਾਂ ਫਿਰ ਨਹੀਂ? ਜਿਹੜਾ ਸਿੱਧੂ ਜੀ ਮੇਰਾ ਵਿਚਾਰ ਹੈ, ਮੇਰਾ ਖਿਆਲ ਹੈ ਕਿ ਜਿਹੜੀ ਲਾਈਫ ਹੈ ਉਸੇ ਤਰੀਕੇ ਨਾਲ ਸਾਹਿਤ ਹੈ ਜਿਹੜਾ, ਉਹ ਇੱਕ ਘਟਨਾ ਨਹੀਂ ਹੈ, ਇੱਕ ਇਵੈਂਟ ਨਹੀਂ ਹੈ, ਪ੍ਰੋਸੈਸ ਹੈ। ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਜਿਵੇਂ ਮਿੰਦਰ ਜੀ ਨੇ ਕਿਹਾ ਕਿ ਜਦੋਂ ਅਸੀਂ ਪਾਬੰਦ ਕਵਿਤਾ ਦੀ ਗੱਲ ਕਰਦੇ ਹਾਂ ਤਾਂ ਅਸੀਂ ਪਛਾਣ ਨੂੰ ਜਾਂਦੇ ਹਾਂ। ਗਜ਼ਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਹ ਨਹੀਂ ਹੈ ਕਿ ਗਜ਼ਲ ਨੂੰ ਗਾਉਣਾ ਜਾਂ ਲਿਖਣਾ ਜਿਹੜਾ ਹੈ ਉਹ ਪਛਾਣਖੋਰੀ ਹੈ, ਪਰ ਸਿਰਫ ਇਹੀ ਕਹਿਣਾ ਕਿ ਗਜ਼ਲ ਹੀ ਸਹੀ ਹੈ ਜਾਂ ਪਾਬੰਦ ਕਵਿਤਾ ਹੀ ਸਹੀ ਹੈ। ਪਰ ਜਿਸ ਤਰੀਕੇ ਦੇ ਨਾਲ ਕੁਛ ਲੋਕ ਜਿਹੜੇ ਹਨ ਗਜ਼ਲ ਲਿਖ ਰਹੇ ਹਨ, ਪਰ ਉਸਦੇ ਵਿੱਚ ਤੁਕਾਂਤ ਹੈ, ਉਸਦੇ ਵਿੱਚ ਅਰੂਜ਼ ਹੈ, ਮਤਲਬ ਜਾਂ ਹੋਰ ਜੋ ਸਿਸਟਮ ਹੈ ਉਸਦਾ ਤਾਂ ਖਿਆਲ ਹੈ, ਪਰ ਵਿਚਾਰ ਉਸਦੇ ਵਿੱਚ ਕੋਈ ਨਵੇਕਲਾਪਨ, ਕੋਈ ਸੰਵੇਦਨਾ, ਕੋਈ ਉਹ ਨਵੀਂ ਗੱਲ ਸਾਹਮਣੇ ਨਹੀਂ ਆ ਰਹੀਗੀ। ਤਾਂ ਇਹ ਇਸ ਤਰੀਕੇ ਨਾਲ ਮੈਨੂੰ ਲੱਗਦਾ ਜਿਵੇਂ ਫੂਕੋ ਨੇ ਸੀ, ਮਿਸ਼ੇਲ ਫੂਕੋ ਨੇ ਆਖਿਆ ਸੀ ਕਿ ਜਿਹੜਾ ਅਨੁਸ਼ਾਸਨ ਹੈ
ਉਹ ਅੱਜ ਕੈਦ ਜਿਹੜੀ ਹੈ ਉਹ ਸੰਗਲੀਆਂ ਦੇ ਰਾਹੀਂ ਨਹੀਂ, ਉਹ ਚੇਨਾਂ ਦੇ ਰਾਹੀਂ ਨਹੀਂ, ਉਹਨਾਂ ਦੇ ਰਾਹੀਂ ਨਹੀਂ, ਹੁਣ ਮਾਨਸਿਕਤਾ ਦੇ ਉੱਤੇ ਜਿਹੜੀ ਹੈ ਉਹ ਅਨੁਸ਼ਾਸਨ ਨੂੰ ਹਾਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਅਸੀਂ ਸੱਤਾ ਸਥਾਪਤੀ ਜਾਂ ਸ਼ਕਤੀ ਦੇ ਹੀ ਗੋਗੇ ਗਾਉਣੇ ਹਨ। ਜੇ ਇਸੇ ਤਰ੍ਹਾਂ ਨਾਲ ਹੀ ਹੈ ਤਾਂ ਇਹ ਪਿਛਾਂਹਖੋਰੀ, ਜਿਸ ਤਰੀਕੇ ਨਾਲ ਮਿੰਦਰ ਜੀ ਨੇ ਕਿਹਾ ਹੈ ਕਿ ਜਿਹੜੀ ਸ਼ਾਇਰੀ ਹੈ ਉਹ ਸਾਨੂੰ ਆਜ਼ਾਦ ਕਰਦੀ ਹੈ। ਪ੍ਰੋਫੈਸਰ ਪੂਰਨ ਸਿੰਘ ਆਪਾਂ ਪੰਜਾਬੀ ਦੇ ਵਿੱਚ ਦੇਖ ਲਓ, ਅਮਰੀਕਾ ਦੇ ਵਿੱਚ ਵਾਲਟ ਵਿਟਮੈਨ ਹੈ, ਅੰਗਰੇਜ਼ੀ ਦਾ ਸਭ ਤੋਂ ਵਧੀਆ ਸ਼ਾਇਰ ਜਿਹੜਾ ਮੰਨਿਆ ਜਾਂਦਾ ਹੈ। T.S. ਐਲਿਟ ਉਹ ਲਿਖਦਾ ਹੈ, ਜੇ ਅਲਫਰੈਡ ਦੀ ਜਿਹੜੀ ਇੱਕ ਰੋਮਾਂਟਿਕ ਕਵਿਤਾ ਹੈ ਉਹ, ਤਾਂ ਇਹ ਪਾਬਲੋ ਨਰੂਦਾ ਹੈ ਆਪਣੇ ਕੋਲ ਸਪੇਨ। ਤਾਂ ਇਹ ਨਹੀਂ ਹੈ ਕਿ ਹਾਂ, ਮੇਰਾ ਮਤਲਬ ਇਹ ਹੈ ਕਿ ਦੋਵੇਂ ਚੀਜ਼ਾਂ ਹੀ, ਇਹ ਨਹੀਂ ਕਿ ਗਜ਼ਲ ਨੂੰ ਆਪਾਂ ਛੱਡ ਦੇਣਾ ਹੈ। ਬਿਲਕੁਲ ਸੁਰਜੀਤ ਪਾਤਰ ਵਧੀਆ ਸ਼ਾਇਰ ਲਿਖ ਰਹੇ ਹਨ। ਪਾਤਰ ਸਾਹਿਬ ਨੇ ਆਪ ਲਿਖਿਆ ਹੈ ਕਿ ਛੱਡ ਇਹ ਫਾਲਨ ਦੀ ਕਹਿ, ਨਹੀਂ ਤਾਂ ਜੋ ਹਾਲ ਕੈਦੀ ਪਰਿੰਦਿਆਂ ਦਾ ਹੋਇਆ, ਕਿਤੇ ਹਾਲ ਉਹੀ ਤੇਰਾ ਨਾ ਹੋਵੇ। ਤੇ ਇੱਕ ਜਗ੍ਹਾ ਦੇ ਉੱਤੇ ਉਹ ਇਹ ਵੀ ਲਿਖਦੇ ਹੈ ਕਿ ਆਪਣਾ ਐਸੀ ਇੱਕ ਕਾਫੀ ਜਗ੍ਹਾ ਨੇ ਲਿਖਿਆ ਹੈ ਕਿ ਸ਼ਾਇਰੀ ਦੇ ਵਿੱਚ ਬੰਧਨ ਜ਼ਰੂਰੀ ਨਹੀਂ ਹਨ, ਸ਼ਾਇਰੀ ਜ਼ਰੂਰੀ ਹੈ। ਤਾਂ ਜਿਹੜਾ ਇਹ ਮੰਨਣਾ ਹੈ ਕਿ ਅਸੀਂ ਕਿ ਜਿਹੜੀ ਜਦੋਂ ਅਸੀਂ ਤੁਕਾਂਤ ਦੀ ਗੱਲ ਕਰਦੇ ਹਾਂ ਕਿ ਤੁਕ ਬੰਦੀ ਹੀ ਹਿੱਸਾ ਹੈ, ਤਾਂ ਉਹ ਪਿਛਾਂਹਖੋਰੀ ਹੈ, ਉਹ ਫਿਊਡਲ ਰੁਚੀਆਂ ਹੀ ਹਨ। ਉਹ ਸਾਡਾ ਅਨੁਸ਼ਾਸਨ ਦੇ ਵਿੱਚ ਬੰਨਣ ਦਾ ਮਤਲਬ ਇਹੀ ਹੈ ਕਿ ਅਸੀਂ ਸੱਤਾ ਸਥਾਪਤੀ ਤੋਂ ਪਾਸੇ ਨਹੀਂ ਹੋਣਾ ਚਾਹੁੰਦੇ। ਅਸੀਂ ਆਜ਼ਾਦੀ, ਜਿਹਨੀ ਆਜ਼ਾਦੀ, ਅਸੀਂ ਆਪ ਆਪਣੀ ਗੁਲਾਮ ਮਾਨਸਿਕਤਾ ਦਾ ਸ਼ਿਕਾਰ ਹਾਂ। ਉਸ ਦਾ ਪ੍ਰਤੀਕ ਹੈ ਇਹ ਜਿਹੜੀ ਇਹ ਸੋਚ। ਕਵਿਤਾ ਹੀ ਅਸਲੀ ਕਵਿਤਾ ਹੈ, ਇੱਕ ਵਗਦਾ ਦਰਿਆ ਹੈ, ਵਗਦਾ ਦਰਿਆ ਹੈ। ਮਿੰਦਰ ਜਿਹੜੀ ਛੰਦਬੱਧ ਕਵਿਤਾ ਹੈ, ਇਹ ਇੱਕ ਲੋੜ ਚੋਂ ਪੈਦਾ ਹੋਈ, ਜ਼ਰੂਰਤ ਚੋਂ ਪੈਦਾ ਹੋਈ ਚੀਜ਼ ਲੱਗਦੀ ਹੈ ਤੁਹਾਨੂੰ? ਨਹੀਂ, ਗੱਲ ਅਸਲ ਦੇ ਵਿੱਚ ਸ਼ਬਦ ਦੇ ਤੱਕ ਮੈਂ ਸਭ ਤੋਂ ਲਾਉਣਾ ਚਾਹਾਂਗਾ ਕਿ ਸ਼ਬਦ ਦੇ ਦੋ ਰੂਪ ਨੇ। ਇੱਕ ਹੈ ਉਸਦਾ ਖਾਮੋਸ਼ ਰੂਪ, ਇੱਕ ਹੈ ਉਸਦਾ ਜਿਹੜਾ ਸਾਨੂੰ ਜਾਰੀ ਰੂਪ ਜਿਹੜਾ ਸਾਨੂੰ ਪ੍ਰਗਟ ਹੁੰਦਾ ਹੈ। ਕਵਿਤਾ ਜਿਹੜੀ ਹੈ ਉਹ ਗੀਤ, ਪ੍ਰਗੀਤ, ਗਜ਼ਲ ਤੋਂ ਆਜ਼ਾਦ ਹੋ ਰਹੀ ਹੈ, ਹੋ ਚੁੱਕੀ ਹੈ। ਇਹ ਗੱਲ ਜਿਹੜੀ ਹੈ ਦੁਨੀਆ ਦੇ ਲਿਟਰੇਚਰ ਦੇ ਵਿੱਚ ਸਾਡਾ ਇਨਕਾਊਂਟਰ ਜਿਹੜਾ ਹੈ, ਸਾਡੀ ਜਿਹੜੀ ਭਾਵਨਾ ਦਾ ਵਿਕਾਸ ਕਰਮ ਜਿਹੜਾ ਹੈ ਉਹ ਵਿਗਿਆਨ ਨਾਲ ਜੁੜਿਆ ਹੋਇਆ ਹੈ। ਵਿਗਿਆਨ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਦੇ ਵਿੱਚ ਰਿਦਮ ਨਹੀਂ ਹੈ। ਉਸਦਾ ਜਿਹੜਾ ਰਿਦਮ ਹੈ ਉਹ ਇੱਕ ਆਪਣਾ ਵੱਖਰੀ ਕਿਸਮ ਦਾ ਹੈ। ਕੀ ਤੁਸੀਂ ਸਾਨੂੰ ਕਦੇ ਹਿਸਾਬ ਵੀ ਰਿਦਮ ਵਿੱਚ ਪੜਾਇਆ ਜਾਂਦਾ ਸੀ? ਕਦੇ ਸਾਨੂੰ ਹਰ ਚੀਜ਼ ਰਿਦਮ ਦੇ ਵਿੱਚ ਜਾਂ ਛੰਦਾਬੰਦੀ ਢੰਗ ਦੇ ਨਾਲ ਪੜਾਇਆ ਜਾਂਦਾ ਸੀ? ਇਹ ਇੱਕ ਸਮਾਂ ਸੀ। ਅੱਜ ਦਾ ਸਮਾਂ ਜਿਹੜਾ ਹੈ ਤੁਹਾਡਾ ਛਿਨ ਭੰਗਰ, ਯਾਨੀ ਬਹੁਤ ਹੀ ਲੰਮੇ ਦਾ ਕਈ ਟੁਕੜਿਆਂ ਦੇ ਵਿੱਚ ਵੰਡਿਆ ਜਾਣਾ ਹੈ। ਇਸ ਦੀ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਣੀ ਚਾਹਾਂਗਾ ਕਿ ਇਹ ਇੱਕ ਐਮਪਟੀ ਜਗ੍ਹਾ ਹੈ ਸਾਡਾ ਸਾਰਾ ਖਿਲਾ ਜਿਹੜਾ ਹੈ, ਇਹ ਖਿਲਾ ਦੇ ਵਿੱਚੋਂ ਖਾਮੋਸ਼ੀ ਲੱਭਣਾ ਔਰ ਉਸ ਖਾਮੋਸ਼ੀ ਦੇ ਵਿੱਚੋਂ ਸ਼ਬਦ ਦੀ ਸਿਰਜਣਾ ਕਰਨਾ, ਇਹ ਕਵਿਤਾ ਦਾ ਰੂਪ ਬਣਦਾ ਹੈ। ਦੇਖੋ ਚਿੱਤਰਕਾਰੀ ਕਿੱਥੇ ਚਲੇ ਗਈ ਹੈ, ਤੁਸੀਂ ਦੇਖੋ ਕਿ ਲੋਕਾਂ ਦਾ ਮਿਊਜ਼ਿਕ ਕਿੱਥੇ ਚਲਾ ਗਿਆ ਹੈ। ਅੱਜ ਪਿਕਾਸੋ ਤੋਂ ਅੱਗੇ ਦੀ ਗੱਲ ਜਿਹੜੀ ਹੈ ਤੁਰੀ ਹੋਈ ਹੈ। ਅਸੀਂ ਫੇਰ ਘੁੰਮ ਫਿਰ ਕੇ ਜਿਹੜੀ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸੁਰਜੀਤ ਪਾਤਰ, ਕਿਉਂਕਿ ਸਾਡੇ ਵੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਸਟੇਜ ਦੇ ਆਦਮੀ ਹਾਂ, ਅਸੀਂ ਐਡਰੈਸ ਕਰਨਾ ਚਾਹੁੰਦੇ ਹਾਂ, ਅਸੀਂ ਪਬਲਿਕ ਨੂੰ ਕੁਝ ਗੱਲਾਂ ਸਮਝਾਉਣਾ ਚਾਹੁੰਦੇ ਹਾਂ। ਜਦੋਂ ਅਸੀਂ ਪਬਲਿਕ ਨੂੰ ਕੁਝ ਗੱਲਾਂ ਸਮਝਾਉਣਾ ਚਾਹੁੰਦੇ ਹਾਂ ਤਾਂ ਅਸੀਂ ਪਬਲਿਕ ਦੀ ਪੱਧਰ ਤੇ ਆਣ ਕੇ ਉਹਨਾਂ ਨਾਲ ਗੱਲਾਂ ਕਰਦੇ ਹਾਂ, ਜਿਵੇਂ ਸਿਆਸੀ ਬੰਦੇ ਕਰਦੇ ਹੁੰਦੇ। ਜਿਹੜਾ ਕਲਾਕਾਰ ਹੈ ਉਹ ਆਪਣੇ ਅੰਦਰ ਦੀ ਗੱਲ ਕਰਦਾ ਹੈ, ਉਹ ਕਿਸੇ ਸਮੇਂ ਬੱਧ ਉਹਦੇ ਸਮਾਜਿਕ ਪ੍ਰਕਿਰਤੀ ਦੇ ਵਿੱਚ ਜੁੜਿਆ ਨਹੀਂ ਹੁੰਦਾ, ਨਾ ਨੜਿਆ ਹੁੰਦਾ ਹੈ। ਸਗੋਂ ਉਸਦੀ ਕਵਿਤਾ ਕਈ, ਮੈਂ ਸਮਝਦਾ ਵੀ ਸਦੀਆਂ ਤੱਕ ਜੁਣੀ ਚਾਹੀਦੀ ਹੈ, ਉਸਦੀ ਕਲਾ ਸਦੀਆਂ ਤੱਕ ਜੁਣੀ ਚਾਹੀਦੀ ਹੈ। ਉਸਦਾ ਏਮ ਇਹ ਹੋਣਾ ਚਾਹੀਦਾ ਕਿ ਹਰ ਕਲਾਕਾਰ ਦਾ ਕਿ ਮੈਂ ਜਿਹੜੀ ਚੀਜ਼ ਕ੍ਰੀਏਟ ਕਰ ਰਿਹਾ ਹਾਂ, ਮੈਂ ਰੱਬ ਦੇ ਬਰਾਬਰ ਦੀ ਚੀਜ਼ ਤਾਂ ਕ੍ਰੀਏਟ ਨਹੀਂ ਕਰ ਸਕਦਾ, ਪਰ ਮੈਂ ਉਸ ਵਰਗੀ ਗੱਲ ਜ਼ਰੂਰ ਕ੍ਰੀਏਟ ਕਰਾਂਗਾ। ਜਿੱਥੇ ਕ੍ਰੀਏਟਿਵਿਟੀ ਹੈ ਉੱਥੇ ਬੰਦਸ਼ ਨਹੀਂ ਹੈ, ਉੱਥੇ ਵਰਬਲ ਡਾਇਲੌਗ ਵੀ ਨਹੀਂ ਹੈ। ਉੱਥੋਂ ਦੀ ਗੱਲ ਜਿਹੜੀ ਹੈ ਤੁਹਾਡੇ ਅੰਤਰਮੁਖਤਾ ਵਿੱਚੋਂ ਪੈਦਾ ਹੋਏ ਸ਼ਬਦ ਜਿਹੜੇ ਨੇ,
ਜੇ ਤੁਸੀਂ ਉਹਨਾਂ ਨਾਲ ਯੁੱਧ ਕਰਦੇ ਹੋ, ਉਹਨਾਂ ਨਾਲ ਲੜਦੇ ਹੋ, ਔਰ ਫਿਰ ਉਹ ਦੇਖਦੇ ਹੋ ਕਿ ਮੈਂ ਦੇਖੋ ਜਿਹੜਾ ਵੀ ਬੰਦਾ ਗਜ਼ਲ ਗਾਉਂਦਾ, ਮੈਂ ਪਾਤਰ ਸਾਹਿਬ ਦੀ ਗੱਲ ਕਰਦਾ ਕਿਉਂਕਿ ਅੱਜ ਕੱਲ੍ਹ ਸਾਹਿਬ ਕਹਿਣਾ ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ, ਵੈਸੇ ਤਾਂ ਪਾਤਰ ਹੀ ਕਹਿਣਾ ਚਾਹੀਦਾ ਸੀ। ਤਾਂ ਜਦੋਂ ਸਟੇਜ ਤੇ ਜਾਏਗਾ ਤਾਂ ਜਦੋਂ ਤੱਕ ਉਸ ਨੂੰ ਵਾਹ ਨਹੀਂ ਮਿਲੇਗੀ, ਜਿਹੜਾ ਤੁਸੀਂ ਗੱਲ ਕੀਤੀ ਹੈ ਪਾਤਰ ਦੇ ਨਾਲ ਸਾਹਬ ਲੱਗ ਗਿਆ, ਕਵੀ ਸਾਹਿਬ ਕਦੋਂ ਬਣਦੇ ਨੇ ਤੇ ਉਹਨਾਂ ਦੀ ਕਵਿਤਾ ਜਿਹੜੀ ਹੈ ਸਾਹਿਬ ਵਾਲੀ। ਮੈਂ ਗੁਲਾਮੀ, ਮੈਂ ਤੁਹਾਨੂੰ ਗੁਲਾਮੀ ਦੀ ਚਿੰਨ੍ਹ ਕਰਦਾ ਤਾਂ ਮੈਂ ਪਾਤਰ ਦੀ ਥਾਂ ਤੇ ਉਹਨੇ ਪਾਤਰ ਸਾਹਿਬ ਨੇ। ਉਹ ਕਿਉਂ ਹੋ ਗਿਆ? ਇੱਕ ਸ਼ਾਇਰ ਜਿਹੜਾ ਹੈ, ਅਸੀਂ ਗੁਲਜ਼ਾਰ ਸਾਹਿਬ ਨਹੀਂ ਬਣੇ, ਗੁਲਜ਼ਾਰ ਹੀ ਰਿਹਾ। ਗੱਲ ਉਹ ਵੀ ਛੰਦਾਬੰਦੀ ਵਿੱਚ ਕਰਦਾ ਲੇਕਿਨ ਬਹੁਤ ਕਮਾਲ ਦੀ ਕਰਦਾ ਹੈ। ਗਾਲਬ ਸਾਹਿਬ ਨਹੀਂ ਬਣੇ, ਗਾਲਬ ਰਿਹਾ। ਮੈਨੂੰ ਇਹ ਜਿਹੜੀ ਪ੍ਰਕਿਰਤੀ ਕਵਿਤਾ ਦੀ ਇਹ ਪੈਦਾ ਹੁੰਦੀ ਹੈ। ਗੱਲ ਬੜੀ ਖੂਬਸੂਰਤ ਹੈਗੀ ਹੈ ਕਿ ਕਵਿਤਾ ਇੱਕ ਟੂਲ ਵਜੋਂ ਸਿਮਰਤੀਆਂ ਦੇ ਵਿੱਚ ਚੀਜ਼ਾਂ ਨੂੰ ਪੱਕਿਆਂ ਕਰਨ ਵਾਸਤੇ, ਤੁਹਾਡੀ ਯਾਦ ਦੇ ਵਿੱਚ ਪੱਕਿਆਂ ਕਰਨ ਵਾਸਤੇ ਕਿਸੇ ਵੇਲੇ ਇੱਕ ਸਿਮਰਤੀ ਪੱਕੀ ਕਰਨ ਦਾ ਟੂਲ ਸੀ। ਹੁਣ ਬਿਲਕੁਲ ਹੁਣ ਪੋਸਟ ਕਰੋਨਾ ਈਰਾ ਦੇ ਵਿੱਚ ਆਪਾਂ ਗੁਜ਼ਰ ਰਹੇ ਹਾਂ। ਮੈਂ ਤੁਹਾਨੂੰ ਜਿਹੜੀ ਗੱਲ ਜਦੋਂ ਇਹ ਮੁਕਤ ਕਰਦੀ ਹੈ, ਕਵਿਤਾ ਜਿਹੜੀ ਹੈ ਇਹ ਮੁਕਤ ਕਰਦੀ ਹੈ ਤੁਹਾਨੂੰ। ਜਦੋਂ ਤੁਹਾਨੂੰ ਇਹ ਮੁਕਤ ਕਰ ਰਹੀ ਹੁੰਦੀ ਹੈ ਤਾਂ ਉਹ ਇੱਕ ਸਜੀਵਤਾ ਵੀ ਤੁਹਾਡੇ ਨਾਲ ਦੀ ਨਾਲ ਸਿਰਜ ਰਹੀ ਹੈ। ਸਿਰਜਣਾ ਦਾ ਜਿਹੜਾ ਮੇਨ ਮਕਸਦ ਹੈ ਉਹ ਆਪਣੇ ਸਵੈ ਨੂੰ ਇੱਕ ਵੱਡੇ ਸਵੈ ਦੇ ਨਾਲ ਜੋੜ ਕੇ ਸਿਰਜਣਾ ਕਰਨ ਦੀ ਪ੍ਰਕਿਰਤੀ ਜਿਹੜੀ ਹੈ ਉਹ ਉਜਾਗਰ ਹੋਣੀ ਚਾਹੀਦੀ ਹੈ। ਉਹ ਸਾਰੇ ਉੱਤੇ ਫਿਰ ਪਿਕਾਸੋ ਦੀਆਂ ਥੋੜ੍ਹੀਆਂ ਸਤਰਾਂ ਜਿਹੜੀਆਂ ਨੇ, ਉਸਦੀਆਂ ਲਾਈਨਾਂ ਜਿਹੜੀਆਂ ਨੇ, ਉਹ ਰੰਗਾਂ ਵੱਲ ਵਿਸ਼ਵਾਸ ਹੀ ਨਹੀਂ ਕਰਦਾ ਹੈ। ਸਾਡੀ ਜਿਹੜੀ ਚਿੱਤਰਕਲਾ ਹੈ, ਮੈਂ ਸਭ ਤੋਂ ਵੱਧ ਜਿਹੜੀ ਸਾਡੀ ਚਿੱਤਰਕਲਾ ਹੈ ਉਸ ਤੋਂ ਪ੍ਰਭਾਵਿਤ ਹੋਇਆ ਲਿਟਰੇਚਰ ਹੀ ਨਹੀਂ ਦੇਖਦਾ ਹੈ। ਉਸ ਤੋਂ ਲੋਕ ਨੇੜੇ ਨਹੀਂ ਲੱਗਦੇ, ਸੰਗੀਤ ਤੋਂ ਪ੍ਰਭਾਵਿਤ ਹੋਈ ਜਾ ਰਹੇ ਨੇ ਕਿਉਂਕਿ ਸੰਗੀਤ ਆਡੀਅੰਸ ਮੰਗਦੀ ਹੈ ਔਰ ਤਾੜੀਆਂ ਮੰਗਦੀ ਹੈ। ਉਹ ਤਾੜੀਆਂ ਸਾਨੂੰ ਸੰਗੀਤ ਵਿੱਚੋਂ ਮਿਲਦੀਆਂ ਨੇ। ਡਿੰਪਲ ਹੋਰਾਂ ਨੇ ਜਿਹੜੀ ਇਹਨਾਂ ਦੀ ਪੋਸਟ ਦੇ ਨਾਲ ਬਹਿਸ ਛਿੜੀ ਹੈ, ਉਹਦੇ ਵਿੱਚ ਇੱਕ ਸ਼ਾਮਲ ਇਹ ਸ਼ਾਇਰ ਵੀ ਸ਼ਾਮਲ ਹੈ ਜਿਹੜਾ ਇਹਨੂੰ ਇੱਥੋਂ ਤੱਕ ਲੈ ਗਿਆ ਕਿ ਮੈਂ ਤੁਹਾਡੇ ਨਾਲ ਗੱਲ ਹੀ ਤਾਂ ਕਰੂੰਗਾ ਜੇ ਤੁਸੀਂ ਕਵਿਤਾ 'ਚ ਮੇਰੇ ਨਾਲ ਗੱਲ ਕਰੋ। ਮੈਨੂੰ ਇਹ ਮਹਿਸੂਸ ਹੁੰਦਾ ਕਿ ਜਿਹੜੀ ਸ਼ਾਇਰੀ ਨੂੰ ਜਦੋਂ ਸ਼ਾਸਨ ਦੇ ਨਾਲ ਬੰਨਣ ਦੀ ਕੋਸ਼ਿਸ਼ ਤਾਂ ਤੁਸੀਂ ਆਪਣੀ ਜਿਹੜੀ ਗੁਲਾਮੀ ਹੈ ਕਿ ਅਸੀਂ ਅਗਾਂਹ ਨਹੀਂ ਵਧਣਾ, ਉੱਥੇ ਹੀ ਖੜਨਾ ਹੈ, ਉਸਦਾ ਇਹ ਇੱਕ ਵਧੀਆ ਪ੍ਰਤੀਕ ਹੈ, ਚਿੰਨ੍ਹ ਹੈ। ਉਹ ਮੈਨੂੰ ਜਾਪਦਾ ਹੈ। ਜਿਹੜੀ ਅਸਲੀ ਸ਼ਾਇਰੀ ਹੁੰਦੀ ਹੈ ਮੈਨੂੰ ਉਹ ਜਾਪਦਾ ਹੈ, ਜਿਵੇਂ ਮੈਂ ਕਿਹਾ ਸੀਗਾ ਕਿਸੇ ਅੰਗਰੇਜ਼ੀ ਚਿੰਤਕ ਨੇ ਕਿਤੇ ਲਿਖਿਆ ਹੈ ਕਿ ਵਧੀਆ ਸ਼ਾਇਰੀ ਉਹ ਹੈ ਕਿ ਉਸਦੀ ਇੱਕ ਇੱਕ ਸਤਰ ਜਿਹੜੀ ਆ ਉਹ ਕਿਸੇ ਕਿਤਾਬ ਦਾ ਸਿਰਲੇਖ ਬਣ ਸਕੇ। ਜੇ ਤੁਸੀਂ ਕਿਤਾਬਾਂ 20 ਲਿਖ ਦਿੱਤੀਆਂ, 40 ਲਿਖ ਦਿੱਤੀਆਂ, ਪਰ ਉਹਨਾਂ ਦੇ ਵਿੱਚੋਂ ਇੱਕ ਵੀ ਸਤਰ ਇਹੋ ਨਹੀਂ ਹੈ ਜਿਹੜੀ ਕਿ ਆਪਾਂ ਕਿਤੇ ਕੋਟ ਜਿਹੜੀ ਯਾਦ ਰੱਖਣ ਯੋਗ ਹੋਵੇ, ਜਿਹੜੀ ਕਿਸੇ ਇਮੋਸ਼ਨ ਨੂੰ ਪ੍ਰਗਟ ਸਕੇ, ਤਾਂ ਫਿਰ ਉਹ ਸ਼ਾਇਰੀ ਜਿਹੜੀ ਆ ਉਹ ਸ਼ਾਇਰੀ ਕਿਸੇ ਖਾਤੇ ਦੇ ਵਿੱਚ ਨਹੀਂ ਪਵੇਗੀ। ਮੇਰਾ ਇਹ ਮੰਨਣਾ ਹੈ। ਬਾਕੀ ਜਿਹੜੀ ਖੁੱਲੀ ਹੈ ਉਸਦਾ ਸਾਡਾ ਆਪਣੀ ਸਾਡੀ ਵਿਰਾਸਤ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਮੰਤਰ ਜੇ ਦੇਖਦੇ ਹਾਂ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ, ਇਹ ਕਿਹੜੇ ਤੁਕਾਂਤ ਦੇ ਵਿੱਚ ਹੈ? ਤੁਕਾਂਤ 'ਚ ਨਹੀਂ ਹੈ। ਇਸ ਦੇ ਵਿੱਚ ਇੱਕ ਸੁਰ ਹੈ, ਇੱਕ ਰਿਦਮ ਹੈ, ਇੱਕ ਇਸ ਦੇ ਵਿੱਚ ਸੂਖਮਤਾ, ਇੱਕ ਵਿਚਾਰ ਹੈ। ਉਸ ਨੂੰ ਜੇ ਜਨਮ ਦੇਖਦੇ ਹਾਂ, ਜਨਮ ਸਾਖੀਆਂ ਵਾਰਤਕ ਦੇ ਵਿੱਚ ਨਸਰ ਵਿੱਚ ਲਿਖੀਆਂ ਹਨ, ਪਰ ਉਹ ਕਿਉਂਕਿ ਬਹੁਤ ਹੀ ਥੋੜੇ ਸ਼ਬਦਾਂ ਦੇ ਵਿੱਚ ਲਿਖੀਆਂ ਹਨ ਤਾਂ ਉਹਨਾਂ ਵਿੱਚ ਵੀ ਕਾਵਿਕਤਾ ਹੈ। ਕਵਿਤਾ ਦਾ ਅਰਥ ਇਹੀ ਹੈ ਕਿ ਵੱਡੀ ਗੱਲ ਥੋੜੇ ਸ਼ਬਦਾਂ ਦੇ ਵਿੱਚ ਅਲੰਕਾਰ ਮੁਹਾਵਰੇ ਵਰਤ ਕੇ ਜਾਂ ਉਹਨਾਂ ਤੋਂ ਬਿਨਾਂ ਵੀ ਉਸਦੇ ਚ ਸਾਦਗੀ ਹੈ, ਸਪਸ਼ਟਤਾ ਹੈ, ਕਲੈਰਿਟੀ ਹੈ, ਘੱਟ ਸ਼ਬਦਾਵਲੀ ਹੈ, ਸੰਖੇਪਤਾ ਹੈ। ਜਿਵੇਂ ਸ਼ੇਕਸਪੀਅਰ ਕਹਿੰਦਾ ਬ੍ਰੇਵਟੀ ਇਜ਼ ਦੀ ਸੋਲ ਆਫ ਵਿਟ। ਸ਼ੇਕਸਪੀਅਰ ਸਾਰਾ ਸਾਹਿਤ ਜਿਹੜਾ ਹੈ ਉਹ ਕਾਵਿਕਤਾ, ਉਹ ਵੀ ਫ੍ਰੀ ਵਰਸ ਦੇ ਵਿੱਚ ਲਿਖਿਆ ਹੋਇਆ ਹੈ। ਉਹ ਵੀ ਸਾਨੂੰ ਉਸਨੂੰ ਉਸਦੇ ਵੀ ਜਿਹੜੇ ਆਲੋਚਕ ਹਨ, ਕੰਪਟਨ ਰਿਚਰਡ ਹੈ, ਉਹ ਉਸਨੂੰ ਕਹਿੰਦਾ ਹੀ ਇਹੀ ਹੈ ਕਿ ਸ਼ੇਕਸਪੀਅਰ ਇਸ ਕਰਕੇ ਵਧੀਆ ਹੈ ਕਿਉਂਕਿ ਉਸਦੀ ਜਿੰਨੇ ਵੀ ਉਸਦੇ 37 ਪਲੇਜ਼ ਹਨ, 37 ਨਾਟਕ ਹਨ, ਸਾਰੇ ਕਾਵਿਕਤਾ ਹੈ ਉਸਦੇ ਵਿੱਚ। ਜਾਂ ਉਹ ਕਹਿੰਦਾ ਹੈ ਕਿ ਉਸਦੇ ਵਿੱਚ ਮਨੋਵਿਗਿਆਨ ਹੈ, ਬਸ ਇਸ ਤਰ੍ਹਾਂ ਕੁਛ ਹੈ ਹੀ ਨਹੀਂ। ਤਾਂ ਇਹ ਸਿਰਫ ਪੰਜਾਬੀ ਦੇ ਵਿੱਚ ਨਹੀਂ, ਇਹ ਸਮੁੱਚੇ ਦੁਨੀਆ ਦੇ ਵਿੱਚ ਇਹ ਚੀਜ਼ ਐਕਸੈਪਟ ਕੀਤੀ ਜਾ ਚੁੱਕੀ ਹੈ, ਸਵੀਕਾਰ ਕੀਤੀ ਜਾ ਸਕਦੀ ਹੈ, ਕੀਤੀ ਹੈ ਕਿ ਕਵਿਤਾ ਜਿਹੜੀ ਹੈ, ਕਵਿਤਾ ਵੈਸੇ ਵੀ ਸਾਡੇ ਜਿਹੜੇ ਆਪਦੇ ਭਰਤ ਮੁਨੀ ਹੈ, ਭਰਤ ਮੁਨੀ ਨੇ ਕਾਵੇ ਰਸ ਦੀ ਗੱਲ ਕੀਤੀ ਹੈ। ਉਸਨੇ ਉਸਦੇ ਵਿੱਚ ਰਸ ਹੋਣਾ ਚਾਹੀਦਾ ਹੈ। ਉਹ ਰਸ ਦੇ ਨਾਲ ਪੜ੍ਹ ਕੇ ਉਸ ਗੁੱਸਾ ਆਵੇ। ਜਿਵੇਂ ਚੰਡੀ ਦੀਵਾਰ ਹੈ, ਚੰਡੀ ਦੀਵਾਰ ਕਿਹੜਾ ਪਾਬੰਦ ਰਸ ਦੇ ਵਿੱਚ ਲਿਖੀ ਹੋਈ ਹੈ, ਉਸਦੇ ਚ ਨਿਸ਼ਾਨੀ ਛੰਦ ਹੈ ਜਾਂ ਸਰਖੰਡੀ ਛੰਦ ਹੈ,
ਜਿਸ ਨੂੰ ਅੰਗਰੇਜ਼ੀ ਦੇ ਵਿੱਚ ਬਲੈਂਕ ਵਰਸ ਕਹਿੰਦੇ ਹਨ, ਜਿਸ ਵਿੱਚ ਜੌਨ ਮਿਲਟਨ ਨੇ ਪੈਰਾਡਾਈਜ਼ ਲੋਸਟ ਲਿਖਿਆ, ਫਿਰ ਪੈਰਾਡਾਈਜ਼ ਰੀਗੇਨਡ ਲਿਖਿਆ ਹੈ। ਇਹ ਸਮੁੱਚਾ ਸੰਸਾਰ, ਇਸ ਦੇ ਵਿੱਚ ਟਾਈਮ ਪੈਰਾਡਾਈਮ ਤੇ ਸਪੇਸ ਪੈਰਾਡਾਈਮ ਦੋਹਾਂ ਨੂੰ ਪਾਰ ਕਰਦੀ ਹੋਈ ਇਹ ਕਵਿਤਾ ਜਿਹੜੀ ਹੈ, ਖੁੱਲੀ ਕਵਿਤਾ ਅੱਜ ਸਾਡੇ ਆਰ ਪਾਰ ਸਾਡੇ ਵਿੱਚ ਹੈ, ਮੌਜੂਦ ਹੈ। ਤੇ ਜੇਕਰ ਅਸੀਂ ਇਹੀ ਕਹਿੰਦੇ ਕਿ ਦੀ ਵਾਲੀ ਕਵਿਤਾ ਹੀ ਕਵਿਤਾ ਹੈ, ਫਿਰ ਤਾਂ ਇਹੀ ਹੋ ਗਿਆ ਕਿ ਠਹਿਰਾਓ ਹੈ, ਅਸੀਂ ਇੱਕ ਜਗ੍ਹਾ ਜੜ ਵਾਂਗੂ ਖੜ ਗਏ ਹਾਂ, ਫਿਰ ਸਾਡਾ ਵਿਕਾਸ ਹੈ ਹੀ ਨਹੀਂ, ਫਿਰ ਤਾਂ ਅਸੀਂ ਅਗਾਂਹ ਵਧਾਂਗੇ ਹੀ ਨਹੀਂ। ਇਨਵੈਂਸ਼ਨ 'ਚ ਅਸੀਂ ਸਾਇੰਸ ਦੀ ਗੱਲ ਕਰਦੇ ਹਾਂ, ਬਹੁਤ ਵਧੀਆ ਮਿੰਦਰ ਜੀ ਨੇ ਗੱਲ ਕਿ ਵਿਗਿਆਨ ਦੇ ਵਿੱਚ ਨਿਯਮ ਹੁੰਦੇ ਹਨ, ਕਲਾ ਦੇ ਵਿੱਚ ਨਿਯਮ ਨਹੀਂ ਹੁੰਦੇਗੇ। ਨਿਯਮ ਹਨ, ਪਰ ਉਹ ਨਿਯਮ ਨੂੰ ਤੋੜਨਾ ਹੀ ਇੱਕ ਨਿਯਮ ਹੈ ਕਲਾ ਦਾ। ਤੇ ਦੂਸਰੀ ਗੱਲ ਜਿਹੜੀ ਹੈ ਕਿ ਜੇ ਅਸੀਂ ਅੱਜ ਕਾਢਾਂ ਕੱਢਦੇ ਹਾਂ, ਅੱਜ ਜਦੋਂ ਰੇਲ ਗੱਡੀ ਆਈ ਸੀ ਉਦੋਂ ਵੀ ਲੋਕਾਂ ਨੇ ਉਸਦੀ ਵਿਰੋਧਤਾ ਕੀਤੀ ਸੀ, ਅੱਜ ਅਸੀਂ ਵਿਰੋਧਤਾ ਯੁਵਾ ਨੂਵਲ ਹਰਾਰੀ ਇੱਕ ਬਹੁਤ ਫੇਮਸ ਕ੍ਰਿਟਿਕ ਹੈ, ਚਿੰਤਕ ਹੈ, ਉਸਨੇ ਇਸ ਦੇ ਬਾਰੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਬਾਰੇ ਵੀ ਜ਼ਿਕਰ ਕੀਤਾ ਹੈ। ਹਰੇਕ ਚੀਜ਼ ਦੇ ਨੈਗੇਟਿਵ ਤੇ ਪੋਜ਼ਿਟਿਵ, ਹਾਂ ਵਾਚੀ ਤੇ ਨਾ ਵਾਚੀ ਪਹਿਲੂ ਹੁੰਦੇ ਨੇ, ਪਰ ਉਸਨੂੰ ਸਿਰੇ ਤੋਂ ਨਕਾਰ ਦੇਣਾ ਜਿਹੜਾ ਹੈ, ਮੈਂ ਇਸ ਦੇ ਬਾਰੇ ਮੈਂ ਜਿਹੜੇ ਬੰਦੇ ਇਹ ਕਹਿ ਉਹਨਾਂ ਨੂੰ ਪੁੱਛਿਆ ਤੁਸੀਂ ਪਾਸ਼ ਦੀ ਕਵਿਤਾ ਨੂੰ ਲਿਖੋਗੇ? ਪਾਸ਼ ਇੰਨੀ ਜ਼ੋਰਦਾਰ ਕਵਿਤਾ ਲਿਖਦਾ ਹੈ, ਉਹ ਸਾਰਿਆਂ ਨੂੰ ਇੰਨਾ ਵਧੀਆ ਪ੍ਰਗਟਾਓ ਕਰਦਾ ਹੈ। ਜਦੋਂ ਉਹ ਕਹਿੰਦਾ ਹੈ ਕਿ ਆਪਣਾ ਖੇਤਾਂ ਦਾ ਪੁੱਤ ਹੋ ਕੇ ਮੇਥੋਂ ਤੁਸੀਂ ਉਮੀਦ ਕਰਿਓ ਕਿ ਮੈਂ ਤੁਹਾਡੇ ਚ ਅਗਲੇ ਸਵਾਦਾਂ ਦੀ ਗੱਲ ਕਰਾਂਗਾ, ਤਾਂ ਜਿਹੜੀ ਪੰਜਾਬੀ ਦੀ ਜਿਹੜੀ ਜਾਂ ਸ਼ਾਇਰੀ ਹੈ, ਸ਼ਾਇਰੀ ਦੇ ਵਿੱਚ ਵਿਚਾਰ ਵੀ ਹੈ, ਸੰਵੇਦਨਾ ਵੀ ਹੈ, ਉਸਦੇ ਵਿੱਚ ਸਾਰਾ ਕੁਛ ਹੈ, ਉਸਦੇ ਸਮੁੱਚਤਾ ਹੈ ਜੀ, ਉਸਦੇ ਵਿੱਚ ਘੱਟ ਸ਼ਬਦਾਂ ਵਿੱਚ ਵੱਧ ਗੱਲ ਕਹਿਣ ਦੀ ਸਮਝ। ਮੈਂ ਮਿੰਦਰ ਵੱਲ ਆਉਣਾ ਚਾਹੂੰਗਾ। ਮਿੰਦਰ, ਜਦੋਂ ਪੰਜਾਬੀ ਸ਼ਾਇਰੀ ਦੇ ਵਿੱਚ ਹਾਲੇ ਇਹ ਬਹਿਸ ਚੱਲ ਰਹੀ ਹੈ ਰੂਪ ਦੀ ਕਿ ਖੁੱਲੀ ਕਵਿਤਾ ਕੀ ਹੁੰਦੀ ਹੈ ਤੇ ਰੂਜ਼ ਵਾਲੀ ਕਵਿਤਾ ਕੀ ਹੁੰਦੀ ਹੈ, ਇਸ ਮਾਹੌਲ ਦੇ ਵਿੱਚ ਦੂਜੇ ਪਾਸੇ ਕਰੋਨਾ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਹੈ, ਜਿੱਥੇ ਸੰਵੇਦਨਾ ਵੱਖਰੀ ਤਰ੍ਹਾਂ ਦੀ ਹੋਰ ਰੂਪ ਧਾਰ ਰਹੀ ਹੈ। ਪੋਸਟ ਕਰੋਨਾ ਪੀਰੀਅਡ ਦੇ ਵਿੱਚ ਕਵਿਤਾ ਕਿੱਦਾਂ ਜਿਉਂਦੀ ਹੈ, ਜਿਉਏਗੀ ਜਾਂ ਨਹੀਂ ਜਿਉਏਗੀ, ਜਾਂ ਇਹ ਕਿਹੜੇ ਰੂਪ ਧਾਰਨ ਕਰਨ ਜਾ ਰਹੀ ਹੈ? ਹੋ ਸਕਦਾ ਉਹ ਖੁੱਲੀ ਕਵਿਤਾ ਦੇ ਕੋਈ ਵੱਖਰੇ ਰੂਪ ਪਾਉਂਦੇ ਹੋਣ। ਇਹਦੇ ਵਿੱਚ ਸਭ ਤੋਂ ਵੱਡੀ ਕਰੋਨਾ ਨਾਲ ਜਿਹੜੀ ਤਬਦੀਲੀ ਲਿਆਂਦੀ ਹੈ, ਉਹ ਤੁਹਾਡਾ ਇੱਕ ਤਾਂ ਕਨਸੈਪਟ ਰੱਬ ਦੇ ਪ੍ਰਤੀ ਤਬਦੀਲ ਕਰ ਦਿੱਤਾ ਹੈ। ਹੁਣ ਸਾਰੀ ਦੁਨੀਆ ਦੇ ਵਿੱਚ ਕੋਈ ਮਾਤਾ ਦਾ ਮੰਦਿਰ ਨਹੀਂ ਬਣਾਉਂਦਾ। ਹੁਣ ਕਰੋਨਾ ਦੇਵੀ ਦਾ, ਹਾਲਾਂਕਿ ਸਾਡੀ ਜਿਹੜਾ ਅੱਜ ਦਾ ਮਾਹੌਲ ਹੈ ਉਸਦੇ ਵਿੱਚ ਸਾਰਾ ਕੁਝ ਬਣ ਰਿਹਾ। ਹੁਣ ਹਰ ਬੰਦਾ ਕਹਿੰਦਾ ਹੈ ਉਹ ਕੋਈ ਟੀਕਾ ਨਿਕਲਿਆ ਕਿ ਨਹੀਂ, ਪਿੰਡ ਦਾ ਬੰਦਾ ਵੀ ਕਹਿੰਦਾ ਕਿ ਟੀਕਾ ਨਿਕਲਿਆ ਕਿ ਨਹੀਂ, ਕੋਈ ਦਵਾਈ ਨਿਕਲੀ ਕਿ ਨਹੀਂ ਨਿਕਲੀ। ਉੱਥੇ ਵੀ ਮੰਦਿਰ ਜਾਂ ਗੁਰਦੁਆਰੇ ਜਿਹੜੇ ਸਾਡੇ ਸਮਾਜ ਜਕੜਿਆ ਹੋਇਆ ਹੈ, ਉਸਦੇ ਵਿੱਚ ਕਰੋਨਾ ਨਾਲ ਇੱਕ ਬਹੁਤ ਵੱਡੀ ਤਬਦੀਲੀ ਹੈ। ਉਹ ਮੰਦਿਰ ਬੰਦ ਹੋ ਗਏ, ਗੁਰਦੁਆਰੇ ਬੰਦ ਹੋ ਗਏ, ਚਰਚ ਬੰਦ ਹੋ ਗਏ, ਮਸੀਤਾਂ ਬੰਦ ਹੋ ਗਈਆਂ। ਉਸਦੇ ਵਿੱਚੋਂ ਇਹ ਗੱਲ ਸਮਝ ਆ ਗਈ ਬਈ ਜਿਹੜਾ ਸਾਡਾ ਅਸਲ ਜਿਹੜਾ ਸਾਨੂੰ ਨਿਜਾਤ ਦਵਾ ਸਕਦਾ ਹੈ ਉਹ ਵਿਗਿਆਨ ਹੈ। ਦੇਖੋ ਸਦੀਆਂ ਤੱਕ, ਮੈਂ ਤੁਹਾਨੂੰ ਗੱਲ ਛੋਟੀ ਜਿਹੀ ਹੋਰ ਦੱਸਦਾ ਵੀ ਅਸੀਂ ਸਵੇਰੇ ਉੱਠਦੇ ਹਾਂ, ਅਸੀਂ ਅਜੇ ਤੱਕ ਇਹ ਨਹੀਂ ਮਹਿਸੂਸ ਕਰ ਰਹੇ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ। ਅਸੀਂ ਕਹਿੰਦੇ ਸੂਰਜ ਚੜ੍ਹ ਗਿਆ ਹੈ, ਸੂਰਜ ਛਿਪ ਗਿਆ ਹੈ। ਅਸੀਂ ਵਿਗਿਆਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣ ਦਿੱਤਾ। ਅਸੀਂ ਹੁਣ ਤੱਕ ਜਿੱਥੇ ਵੀ ਜਾਂਦੇ ਹਾਂ ਜਾਂ ਜੋ ਵੀ ਗੱਲ ਕਰਦੇ ਹਾਂ, ਜਦੋਂ ਵਿਗਿਆਨ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਿਆ, ਤਾਂ ਇਹ ਜਿਹੜੀ ਅਸੀਂ ਕਵਿਤਾ ਦੀ ਗੱਲ ਕਰਦੇ ਹਾਂ, ਉਹ ਕਵਿਤਾ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਬਣ ਰਹੀ ਹੈ। ਮੈਂ ਜਿਹੜੀ ਟਿੰਬਰ ਸਾਹਿਬ ਗੱਲ ਕਰ ਰਹੇ ਨੇ, ਗੱਲ ਬਹੁਤ ਵਧੀਆ ਕਰ ਰਹੇ ਨੇ ਕਿ ਸਾਹਿਤ ਦੇ ਕੁਛ ਉਹਦੇ ਵਿੱਚ ਸੋਚ ਹੁੰਦਾ ਹੈ, ਉਸਦੇ ਵਿੱਚ ਸੰਗੀਤ ਹੁੰਦਾ ਹੈ, ਉਸਦੇ ਵਿੱਚ ਇੱਕ ਕੁਛ ਵੀ ਨਹੀਂ ਹੁੰਦਾ ਜਿਹੜਾ ਇਹ ਸਾਨੂੰ ਸਿਖਾਇਆ ਜਾਂਦਾ ਹੈ। ਅਸੀਂ ਸਕੂਲਾਂ ਕਾਲਜਾਂ ਵਿੱਚ ਸਿੱਖਦੇ ਹਾਂ ਜਾਂ ਪੜ੍ਹਾਉਂਦੇ ਹਾਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਇਹ ਇੱਕ ਇਹਨਾਂ ਨੇ ਐਗਜ਼ਾਮਪਲ ਬੜੀ ਗੁਰਬਾਣੀ ਦੀ ਦਿੱਤੀ, ਬੜੀ ਖੂਬਸੂਰਤ ਹੈ ਜੇ ਮਤਲਬ ਉਹਦੇ ਵਿੱਚ ਫਿਲਾਸਫੀ ਹੈ। ਉਹ ਜੋ ਜਿਹੜੀ ਫਿਲਾਸਫੀ ਹੈ ਉਸਦੇ ਵਿਖਿਆਨ ਕਰਨ ਲਈ ਸ਼ਬਦਾਂ ਦੀ ਹੀ ਲੋੜ ਹੈ। ਜੇ ਉਹ ਸੰਗੀਤਬੱਧ ਕਰ ਦਿੰਦਾ, ਗੁਰੂ ਨਾਨਕ ਦੇਵ ਜੀ ਨੂੰ ਸੰਗੀਤਬੱਧ ਕਰਦੀ, ਸੰਗੀਤਬੱਧ ਉਹਦਾ ਜਿਹੜੀ ਬਾਣੀ ਵੀ ਹੈ, ਲੇਕਿਨ ਜਦੋਂ ਉਹਨੂੰ ਫਿਲਾਸਫੀ ਦੀ ਗੱਲ ਕਰਨੀ ਪਈ, ਉਹ ਸ਼ਬਦਾਂ ਵਿੱਚ ਹੀ ਗੱਲ ਕਰਨੀ ਪਈ। ਉਹ ਨਾ ਸਤਰਾਂ ਨੇ, ਨਾ ਉਹ ਹੈ, ਉਹ ਸ਼ਬਦ ਨੇ, ਕੱਲੇ ਕੱਲੇ ਸ਼ਬਦ ਨੇ।
ਇਸੇ ਤਰ੍ਹਾਂ ਨਾਲ ਇਹ ਜਿਹੜਾ ਨਵਾਂ ਕਨਸੈਪਟ ਬਣਨਾ ਜਿਹੜਾ ਦੁਨੀਆ ਵਿੱਚ ਬਣ ਰਿਹਾ, ਹੁਣ ਜਿਹੜਾ ਜਾਪਾਨ ਦੀ ਕਵਿਤਾ ਜਾਂ ਤੁਸੀਂ ਕਿਸੇ ਵੀ ਲਿਟਰੇਚਰ ਦੀ ਕਵਿਤਾ ਦੇਖੋ, ਉਹ ਛੋਟੀ ਹੁੰਦੀ ਜਾਂਦੀ ਹੈ। ਕਦੇ ਮਹਾਕਾਵ ਹੁੰਦੇ ਸੀ, ਕਦੇ ਸਾਰੇ ਐਡੀਆਂ ਵੱਡੀਆਂ ਜਿਹੜੀਆਂ ਸਾਡਾ ਵਾਰਸਾਂ ਦਾ ਕਿੱਸਾ ਪਿਆ, ਕਿੰਨੀਆਂ ਵੱਡੀਆਂ ਸਾਡੀਆਂ ਰਚਨਾਵਾਂ ਪਈਆਂ ਨੇ ਜਿਹਦੇ ਵਿੱਚ ਛੰਦਾਬੰਦੀ ਹੈ। ਔਰ ਹੁਣ ਜਿਹੜੀਆਂ ਛੋਟੀਆਂ ਤੋਂ ਛੋਟੀਆਂ ਲਘੂ ਕਵਿਤਾਵਾਂ, ਮੈਨੂੰ ਯਾਦ ਆ ਰਹੀ ਹੈ ਕਿ ਉਹ ਕੋਈ ਮੈਨੂੰ ਸਾਰੀਆਂ ਲਾਈਨਾਂ ਤੱਕ ਭੁੱਲ ਗਿਆ ਕਿ ਹਾਂ ਇਹ ਮੈਨੂੰ ਭੂਮਧ ਰੇਖਾ ਨੇ ਸਮਝਾਇਆ ਹੈ। ਹੁਣ ਭੂਮਧ ਰੇਖਾ ਸਮਝਾਉਣ ਲੱਗ ਪਈ ਹੈ। ਭੂਮਧ ਰੇਖਾ ਨੂੰ ਭੂਮਧ ਰੇਖਾ ਦਾ ਮਾਨਵੀ ਕਰਨਾ ਜਿਹੜਾ ਇਹ ਨਵੀਂ ਕਵਿਤਾ ਦੇ ਵਿੱਚ ਆਇਆ ਹੋਈ ਇੱਕ ਤਬਦੀਲੀ ਹੈ। ਔਰ ਜਿਹੜੀ ਲੋਕਾਂ ਦੇ ਵਿੱਚ ਬਹੁਤ ਸਾਰੇ ਨਜ਼ਰਾਂ ਦੋ ਲਾਈਨਾਂ ਦੀਆਂ ਇਸ ਤੋਂ ਪਹਿਲਾਂ ਜਾ ਰਹੀਆਂ। ਬਹੁਤ ਵਧੀਆ ਗੱਲ ਕੀਤੀ ਹੈ ਕਿ ਹਰ ਚੀਜ਼ ਜਿਹੜੀ ਹੈ ਉਹ ਛੋਟੀ ਤੇ ਸੰਖੇਪ ਹੁੰਦੀ ਜਾ ਰਹੀ ਹੈ। ਕਵਿਤਾ ਉਹਦੇ ਵਿੱਚੋਂ ਇੱਕ ਕਵਿਤਾ ਸੰਖੇਪ, ਕਵਿਤਾ ਦੀ ਇਹ ਸੰਖੇਪਤਾ ਬਰੀਫ ਰੂਪ ਵਿੱਚ ਟਾਈਮ ਆਪਣਾ ਹੋ ਗਿਆ, ਖਤਮ ਕਰਨਾ ਪ੍ਰੋਗਰਾਮ। ਤੇ ਡਿੰਪਲ ਜੀ, ਇਹ ਜਿਹੜੀ ਕਵਿਤਾ ਦਾ ਸੰਖੇਪ ਰੂਪ ਬਣਦਾ ਜਾ ਰਿਹਾ ਜਾਂ ਸਾਹਿਤ ਦਾ ਹੀ ਸੰਖੇਪ ਰੂਪ ਬਣਦਾ ਜਾ ਰਿਹਾ, ਇਹਦੇ ਬਾਰੇ ਸੰਖੇਪ ਵਿੱਚ ਤੁਸੀਂ ਕੀ ਕਹੋਗੇ? ਕਵਿਤਾ ਜਿਹੜੀ ਹੈ ਉਹ ਸਮਾਲ ਇਜ਼ ਬਿਊਟੀਫੁਲ ਅੰਗਰੇਜ਼ੀ ਦੇ ਵਿੱਚ ਕਹਿੰਦੇ ਹੀ ਆ। ਸਮੇਂ ਦੀ ਲੋੜ ਹੈ, ਲੋੜ ਦੇ ਮੁਤਾਬਕ ਕਹਾਣੀ ਵੀ ਛੋਟੀ ਹੋ ਰਹੀ ਹੈ ਤੇ ਕੋਈ ਕਵਿਤਾ ਵੀ ਜਿਹੜੀ ਛੋਟੀ ਹੋ ਰਹੀ ਹੈ। ਪਹਿਲਾਂ ਲੋੜ ਸੀਗੀ ਇਸ ਕਰਕੇ ਕਿ ਉਸ ਤੇ ਕਾਗਜ਼ ਨਹੀਂ ਹੈਗੇ ਸੀ, ਇਸ ਕਰਕੇ ਛੋਟਾ ਥੋੜਾ ਲਿਖਿਆ ਜਾਂਦਾ ਸੀ। ਜਦੋਂ ਫਿਰ ਪ੍ਰਿੰਟਿੰਗ ਪ੍ਰੈਸ ਆ ਗਈ ਤਾਂ ਜ਼ਿਆਦਾ ਲਿਖਿਆ ਲਾਣ ਲੱਗਿਆ। ਹੁਣ ਸਾਡੇ ਕੋਲੇ ਪ੍ਰਿੰਟਿੰਗ ਪ੍ਰੈਸ ਹੈ, ਕਾਗਜ਼ ਹਨ, ਪਰ ਹੁਣ ਸਾਡੇ ਕੋਲੇ ਸਮਾਂ ਨਹੀਂ ਹੈ, ਤਾਂ ਹੁਣ ਉਹ ਉਸ ਮੁਤਾਬਕ ਜਿਹੜੀ ਹੈ ਉਹ ਲੋੜ ਬਣ ਗਈ ਹੈ। ਤਾਂ ਸੰਖੇਪਤਾ, ਸਾਹਿਤ ਸੰਖੇਪਤਾ ਹੀ ਹੈ। ਸੰਖੇਪ ਗੱਲ ਕਰਨੀ ਹੀ ਸਾਹਿਤ ਹੁੰਦਾ ਹੈ। ਜਦੋਂ ਖਲਾਰਾ ਪਾ ਦਿੰਦੇ ਆ ਉਹ ਵੀ ਵਿਅਕਤੀ ਪਾ ਸਕਦਾ ਹੈ। ਇਹ ਟਾਪ ਜਾਂਦਾ ਹੈ ਕਿ ਜਿਹੜਾ ਕਵੀ ਹੁੰਦਾ ਉਹ ਦੂਜਿਆਂ ਨਾਲ ਥੋੜਾ ਜਿਹਾ ਵੱਧ ਉਸਦਾ ਅਨੁਭਵ ਹੁੰਦਾ ਹੈ, ਵੱਧ ਉਸਨੂੰ ਸਮਝਦਾ ਹੈ, ਥੋੜਾ ਜਿਹਾ ਵੱਧ ਯਕੀਨ ਹੁੰਦਾ ਹੈ ਅਤੇ ਥੋੜਾ ਜਿਹਾ ਵੱਧ ਉਸਨੂੰ ਪ੍ਰਗਟਾਓ ਕਰਨ ਦੀ ਸਮਰੱਥਾ ਹੁੰਦੀ ਹੈ। ਉਹ ਜਿਹੜਾ ਆਮ ਵਿਅਕਤੀ ਕਵੀ ਦੇ ਵਿੱਚ ਜਿਹੜਾ ਥੋੜਾ ਜਿਹਾ ਡਿਫਰੈਂਸ ਹੈ, ਉਹੀ ਜਿਹੜਾ ਹੈ ਉਸਨੂੰ ਸ਼ਾਇਰ ਬਣਾਉਂਦਾ ਹੈ। ਅਤੇ ਇਸੇ ਕਰਕੇ ਜੇ ਉਹ ਖਤਮ ਹੋ ਜਾਂਦਾ ਹੈ, ਜੇ ਆਮ ਵਿਅਕਤੀ ਦੇ ਬਰਾਬਰ ਹੋ ਜਾਂਦਾ ਹੈ, ਤਾਂ ਫਿਰ ਉਹ ਸ਼ਾਇਰੀ ਜਿਹੜੀ ਹੈ ਪੜ੍ਹਨ ਯੋਗ ਨਹੀਂ ਰਹਿੰਦੀ। ਜੇ ਅਸੀਂ ਖੁੱਲੀ ਕਵਿਤਾ ਲਿਖੀਏ, ਚਾਹੇ ਪਾਬੰਦ ਕਵਿਤਾ ਲਿਖੀਏ, ਜੇ ਆਮ ਇਨਸਾਨ ਦੇ ਬਰਾਬਰ ਹੀ ਉਸਨੂੰ ਜੋ ਪਤਾ ਹੈ ਉਹੀ ਲਿਖਦਾ ਹੋਣੇ ਆ, ਤਾਂ ਉਹ ਸਾਹਿਤ ਨਹੀਂ ਹੈ। ਜੇ ਥੋੜਾ ਜਿਹਾ ਡਿਫਰੈਂਸ ਹੈ, ਚਾਹੇ ਵੱਧ, ਜਿੰਨਾ ਡਿਫਰੈਂਸ ਵਧੂਗਾ ਉਨੀ ਸਾਹਿਤਕਤਾ ਵਧੇਗੀ। ਬਹੁਤ ਤੁਹਾਡਾ ਦੋਵਾਂ ਦਾ ਬਹੁਤ ਸ਼ੁਕਰੀਆ। ਮਿੰਦਰ